ਸਲੂਕ ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਭੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਰਸ ਸਗਲ ਨਿਸਤਾਰੈ। ਉਰ ਧਾਰੈ ਜੋ ਅੰਤਰ ਨਾਮ, ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਨਾਮ ਨੂੰ ਧਾਰਨ ਕਰ ਲੈਂਦਾ, ਟਿਕਾ ਲੈਂਦਾ ਹੈ, ਜਿੰਦੇ ਹਿਰਦੇ ਵਿੱਚ ਨਾਮ ਟਿਕ ਜਾਂਦਾ ਹੈ। ਸਰਬ ਮੈਂ ਭੇਖੈ ਭਗਵਾਨ, ਉਹ ਸਾਰਿਆਂ ਵਿੱਚ ਰੱਬ ਨੂੰ ਵੇਖਣ ਲੱਗ ਪੈਂਦਾ ਹੈ। ਨਿਮਖ ਨਿਮਖ ਠਾਕੁਰ ਨਮਸਕਾਰੈ, ਉਹ ਹਰ ਪਲ ਹਰ ਖਿਨ ਫਿਰ ਉਸ ਮਾਲਕ ਨੂੰ ਨਮਸਕਾਰ ਕਰਦਾ ਹੈ, ਸਜਦਾ ਕਰਦਾ ਹੈ, ਡੰਡੌਤ ਕਰਦਾ ਹੈ, ਬੰਦਨਾ ਕਰਦਾ ਹੈ, ਸੀਸ ਨਿਵਾਉਂਦਾ ਹੈ। ਨਾਨਕ ਉਹ ਅਪਰਸ ਸਗਲ ਨਿਸਤਾਰੈ। ਹੇ ਨਾਨਕ, ਐਸਾ ਪੁਰਖ ਅਪਰਸ ਹੈ ਜਿਹਨੂੰ ਮਾਇਆ ਛੋ ਨਹੀਂ ਸਕਦੀ, ਔਰ ਐਸਾ ਹੀ ਪੁਰਖ ਇਸ ਸੰਸਾਰ ਦੇ ਜੀਵਾਂ ਨੂੰ ਤਾਰ ਦਿੰਦਾ ਹੈ, ਕਿਉਂਕਿ ਉਹ ਆਪ ਤਰ ਜਾਂਦਾ ਹੈ। ਨਾਮ ਡੁੱਬਣ ਨਹੀਂ ਦਿੰਦਾ, ਨਾਮ ਸਹਾਰਾ ਬਣ ਜਾਂਦਾ ਹੈ। ਜਿਵੇਂ ਦੁਨੀਆ ਦੇ ਅੰਦਰ ਵੱਡੇ ਵੱਡੇ ਜਹਾਜ਼ ਆਪਾਂ ਵੇਖੇ ਨੇ, ਸਮੁੰਦਰਾਂ ਦੇ ਵਿੱਚ ਤਰਦੇ ਨੇ, ਇਸੇ ਤਰ੍ਹਾਂ ਹੀ ਇਹ ਸੰਸਾਰ ਵੀ ਇੱਕ ਸਾਗਰ ਦੀ ਨਿਆਈ ਹੈ। ਮਨੁੱਖ ਨੂੰ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ ਕਿ ਤੇਰੇ ਕੋਲ ਨਾਮ ਦਾ ਸਹਾਰਾ ਹੋਵੇਗਾ ਤੇ ਤੂੰ ਡੁੱਬ ਨਹੀਂ ਸਕਦਾ, ਬਲਕਿ ਨਾਮ ਇੱਕ ਜਹਾਜ਼ ਦੇ ਵਾਂਗੂ ਹੈ। ਜਦੋਂ ਤੂੰ ਸਵਾਰ ਹੋਵੇਗਾ ਤੇ ਤੂੰ ਉਸ ਸਾਗਰ ਵਿੱਚ ਤਰਦਾ ਹੋਇਆ ਉਸ ਸਾਗਰ ਦਾ ਆਨੰਦ ਵੀ ਮਾਣੇਗਾ। ਇੱਕ ਤਾਂ ਨਾਮ ਡੁੱਬਣ ਤੋਂ ਬਚਾਵੇਗਾ, ਦੂਜਾ ਤੂੰ ਉਸ ਸਾਗਰ ਦਾ ਆਨੰਦ ਵੀ ਮਾਣੇਗਾ, ਤੇਰਾ ਜੀਵਨ ਆਨੰਦਮਈ ਬਣੇਗਾ। ਆਪਾਂ ਸਤਿਗੁਰ ਪਾਤਸ਼ਾਹ ਜੀ ਦੀ ਰੱਬੀ ਬਾਣੀ ਦਾ ਇੱਕ ਬਚਨ ਪੜ੍ਹਦੇ ਹਾਂ ਤੇ ਮਹਾਰਾਜ ਆਖਦੇ ਨੇ ਵੀ ਸ਼ਬਦ ਦਾ ਸਹਾਰਾ ਲੈਣ ਵਾਲਾ ਮਨੁੱਖ ਕਦੀ ਡੁੱਬਦਾ ਨਹੀਂ। ਜਿਹਨੇ ਗੁਰੂ ਦਾ ਆਸਰਾ ਲਿਆ, ਸਤਿਗੁਰ ਹੈ ਬੋਹਿਥਾ ਵਿਰਲੇ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਸਤਿਗੁਰ ਜਹਾਜ਼ ਹੈ, ਜਿਹੜਾ ਸਤਿਗੁਰ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਸਤਿਗੁਰੂ ਨੂੰ ਡੁੱਬਣ ਨਹੀਂ ਦਿੰਦਾ ਬਲਕਿ ਪਾਰ ਲਾ ਦਿੰਦਾ ਹੈ। ਅੱਜ ਅਸੀਂ ਜੀਵ ਡੋਲ ਰਹੇ ਹਾਂ ਤੇ ਇਸ ਭਵਜਲ ਵਿੱਚ ਡੁੱਬ ਰਹੇ ਹਾਂ। ਕੋਈ ਕਾਮ, ਕੋਈ ਕ੍ਰੋਧ, ਕੋਈ ਹੰਕਾਰ, ਕੋਈ ਨਿੰਦਿਆ, ਕੋਈ ਦਵੈਸ਼, ਕੋਈ ਈਰਖਾ, ਕੋਈ ਲੋਭ ਲਾਲਚ, ਕੋਈ ਮੋਹ ਦੇ ਚਿੱਕੜ ਵਿੱਚ ਹਰ ਇੱਕ ਮਨੁੱਖ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਭਵਜਲ ਵਿੱਚ ਡੁੱਬਦਾ ਹੀ ਜਾ ਰਿਹਾ ਹੈ। ਪਰ ਮਹਾਰਾਜ ਆਖਦੇ ਨੇ ਉਹ ਬਚ ਗਏ ਜਿਨ੍ਹਾਂ ਨੇ ਨਾਮ ਦਾ, ਸ਼ਬਦ ਦਾ ਓਟ ਆਸਰਾ ਲਿਆ। ਗੁਰੂ ਨੇ ਉਹਨਾਂ ਨੂੰ ਡੁੱਬਣ ਤੋਂ ਬਚਾ ਲਿਆ। ਇੱਕ ਵਾਰ ਇੱਕ ਲੱਕੜ ਇੱਕ ਦਰਿਆ ਦੇ ਵਿੱਚੋਂ ਰੁੜਦੀ ਹੋਈ ਜਾ ਰਹੀ ਸੀ। ਅਚਾਨਕ ਇੱਕ ਬੇੜੀ ਦੇ ਕੋਲ ਜਾ ਕੇ ਰੁਕ ਗਈ। ਉਹਨੇ ਉਸ ਬੇੜੀ ਨੂੰ ਵੇਖਿਆ ਤੇ ਇੱਕ ਦੋ ਮਨ ਨੂੰ ਸਵਾਲ ਕੀਤੇ ਵੀ ਮੈਂ ਵੀ ਲੱਕੜ ਹਾਂ ਤੇ ਤੂੰ ਵੀ ਲੱਕੜ ਹੈ, ਪਰ ਤੂੰ ਖੂਬਸੂਰਤ ਹਾਂ ਪਰ ਮੈਂ ਬਦਸੂਰਤ ਹਾਂ। ਦੂਸਰਾ, ਤੂੰ ਤਰ ਰਹੀ ਹੈ ਤੇ ਮੈਂ ਡੁੱਬ ਰਹੀ ਹਾਂ। ਜਦੋਂ ਇਹ ਦੋ ਤਿੰਨ ਸਵਾਲ ਉਸ ਲੱਕੜ ਨੇ ਉਸ ਬੇੜੀ ਨੂੰ ਕੀਤੇ ਤੇ ਬੇੜੀ ਨੇ ਅੱਗੋਂ ਬੜਾ ਪਿਆਰਾ ਜਵਾਬ ਦਿੱਤਾ। ਉਹ ਕਹਿੰਦੀ ਪਹਿਲਾਂ ਮੇਰਾ ਵੀ ਤੇਰੇ ਵਰਗਾ ਹਾਲ ਸੀ, ਪਹਿਲਾਂ ਮੈਂ ਵੀ ਡੁੱਬ ਰਹੀ ਸਾਂ, ਪਰ ਕੋਈ ਸਿਆਣਾ ਪੁਰਖ ਰੱਸਾ ਵਗਾ ਕੇ ਉਹਨੇ ਮੈਨੂੰ ਬਾਹਰ ਕੱਢ ਲਿਆ ਤੇ ਲਿਜਾ ਕੇ ਮੈਨੂੰ ਆਰੇ ਤੇ ਰੱਖਿਆ, ਚੀਰ ਕੇ ਮੇਰੇ ਫੱਟੇ ਬਣਾਏ ਤੇ ਆ ਇੱਕ ਖੂਬਸੂਰਤ ਸ਼ਕਲ ਦਿੱਤੀ, ਕਿਲ ਠੋਕ ਕੇ
मैनू बेड़ी बना दिता, हुण मैं आप भी तरदी हाँ ते जिहड़ा मेरे विच सवार हो जांदा मैं उहनूं भी तार देनी हाँ। ना मैं आप डुबदी हाँ ते ना मैं किसी नूं डुबण देनी हाँ। पहला मैं आप भी डुबदी सां, किसी नूं की बचा सकदी सां। ਜਿਹੜੇ मनुख आप भवजल विच डुब रहे ने वो किसी नूं नहीं बचा सकते। गुरु इस भवजल नूं तरिया है, इस करके तरन की जुगती दसदा है। ਜਿਹੜਾ गुरु कोलों तरन की जाच सिख लैंदा है, याद रखना गुरु ਉਹਨੂੰ तरन की जाच ही नहीं सिखाउंदा बल्कि किनारे ते ला दिंदा है। धन गुरु अर्जन देव महाराज आखदे ने जिंदे हिरदे विच नाम टिक गया। आपां अरदास करते हैं पिंडां दे विच, अज भी जदों अरदास हुंदी है ना ते दोहरे दे नाल ये शब्द जोड़े गए सन। वो शब्द किहड़े सन? वाहिगुरु नाम जहाज है, चढ़े सूतरे पार। वाहिगुरु की है? कह लगे वाहिगुरु एक नाम है, ते नाम की है? जहाज है। ਜਿਹੜਾ इस जहाज ते सवार हो जाएगा वो पार हो जाएगा। जो शरधा कर सेवदे, जिन्हां दे हिरदे विच शरधा ते भावना प्यार पैदा हो जाता है, उन्हां नूं गुरु बन्ने लाउण वाला है। तो बड़ी किरपा महाराज करते ने, अंदरों अपरस हो जाते ने वो मनुख जिन्हां दे हिरदे विच नाम वस जाता है। उन्होंने फिर मोह लोभ लालच छो नहीं सकता, अपना प्रभाव नहीं पा सकता उन्होंने उत्ते। वो दुकान ते बैठे खेती करते, वो समाज विच विचरदे, बिजनेस करते, पर अंदरों अपरस ने, वो डुब नहीं सकते, वो सदा तरते रहिंदे ने। तो मेरे पातशाह जी रहमत करते ने, अष्टपदी मिथ्या नाही रसना परस। मिथ्या का अर्थ है झूठ। साहिब आखदे ने जिहड़ा हिरदे विच नाम नूं टका लैंदा है ना, उनकी रसना झूठ नूं छूंदी भी नहीं। उनकी जुबान झूठ नूं छूंदी भी नहीं। भाव झूठ उनकी रसना जुबान दे कोलों लंघदा भी नहीं, क्योंकि उनकी रसना दे उत्ते ते नाम हुंदा है। उनकी रसना दे उत्ते ते आद सच जुगाद सच है भी सच है, ते उत्थे झूठ किवें लंघ सकदा है? ते आपां नज़र मार के वेखीए अज साडी जिंदगी झूठ तो बिना है। 99.9% बंदे की जिंदगी झूठ नाल भरी हुई है। अज आपां वेखदे और असी ही नहीं, साडे कोल बैठे हुए बच्चे भी जिहड़े ने वो साडे कोलों झूठ बोलना बड़े सोहणे तरीके नाल सिख जाते हैं। मैं कई बारी वेख्या कई सज्जना कोल बैठे होईदा, उन्होंने फोन आवेगा, वो कहेंगे भी भाई साहब कित्थे हो? कह लगे मैं तो बाहर हाँ, तो बैठे घरे होंदे ने। एक बार ना बाहर आ गया, किसी का मित्र आया होना बाहर गेट ते, उन्हें आवाज़ मारी भी घरे ही है, तो वो आप है तो घरे ही सी। ते न्याणे नूं कहंदा भी जा उन्होंने कह के आ बाहर तेरे अंकल आए, कह के आ भी घरे नहीं है। हुण बाणी दे विच एक बचन आउंदा है, महाराज आखदे नाल ए आणे दोस्ती कदे ना आवे रास। बच्चे नाल कीती दोस्ती भी कई बारी रास नहीं आउंदी। बच्चे भोले हुंदे ने। उन्हें बच्चे नूं आख्या बाहर जाके कह दे भी डैडी पिता जी घर नहीं हैगे। ते वो बालक पता जाके की कहंदा, वो कहंदा भी अंकल जी मेरे डैडी कहंदे ने भी अंकल नूं कह दे भी घर नहीं है। उन्हें मत्थे ते हथ मारिया। हुण सुभाविक गल है, जे असी किसी नूं ये कह रहे हुंदे आ, झूठ बोल रहे हुंदे आ,
ਤਾਂ ਇਹ ਸਾਨੂੰ ਸੋਚਣਾ ਪਵੇਗਾ ਵੀ ਸਾਡੇ ਕੋਲ ਬੈਠਿਆ ਹੋਇਆ ਮਨੁੱਖ ਜਾਂ ਬੱਚੇ ਉਹ ਵੀ ਝੂਠ ਬੋਲਣਾ ਸਿੱਖ ਜਾਂਦੇ ਨੇ। ਅੱਛਾ, ਕਈਆਂ ਨੂੰ ਝੂਠ ਬੋਲਣ ਦਾ ਵੀ ਰਸ ਹੁੰਦਾ ਹੈ, ਚਸਕਾ ਹੁੰਦਾ ਝੂਠ ਬੋਲਣ ਦਾ। ਉਹ ਜੇ ਦਿਨ 'ਚ ਨਾ ਬੋਲਣ ਤੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਕਿਉਂਕਿ ਆਦਤ ਪੈ ਜਾਂਦੀ ਮਨੁੱਖ ਨੂੰ ਹਰ ਗੱਲ 'ਤੇ ਝੂਠ, ਹਰ ਗੱਲ 'ਤੇ ਝੂਠ। ਕੁਝ ਗੱਲਾਂ ਤਾਂ ਹੁੰਦੀਆਂ ਮਜਬੂਰੀ ਵੱਸ ਵੀ ਬੰਦਾ ਪਰਦਾ ਪਾਵੇ, ਹੈ ਨਾ, ਉਹ ਤਾਂ ਚਲੋ ਠੀਕ ਹੈ। ਪਰ ਇੱਕ ਹੁੰਦਾ ਵੀ ਸਿਰਫ ਸਵਾਦ ਵਾਸਤੇ, ਰਸ ਵਾਸਤੇ ਝੂਠ ਬੋਲਣਾ। ਕਹਿੰਦਾ ਮਜਬੂਰੀ ਹੈ ਕਿਸੇ ਦੀ, ਤਾਂ ਉੱਥੇ ਝੂਠ ਬੋਲਣਾ ਪੈ ਗਿਆ। ਆਪਾਂ ਵੇਖਦੇ ਹੀ ਹਾਂ ਵੀ ਮਹਾਰਾਜ ਉੱਚ ਦਾ ਪੀਰ ਲੈ ਕੇ ਜਾ ਰਹੇ ਨੇ, ਗਨੀ ਖਾਂ ਤੇ ਨਬੀ ਖਾਂ ਪੁੱਛਿਆ ਵੀ ਕੌਣ ਹੈ, ਕਹਿਣ ਲੱਗੇ ਉੱਚ ਦਾ ਪੀਰ ਹੈ। ਹੁਣ ਇੱਥੇ ਸਾਨੂੰ ਸਮਝਣਾ ਪਵੇਗਾ, ਇੱਥੇ ਬੋਲਿਆ ਹੋਇਆ ਝੂਠ ਵੀ ਜਿਹੜਾ ਹੈ ਸੱਚ ਹੈ, ਕਿਉਂ ਇੱਥੇ ਕਿਸੇ ਦੀ ਜ਼ਿੰਦਗੀ ਨੂੰ ਬਚਾ ਰਿਹਾ। ਕਿਸੇ ਦਾ ਝੂਠ ਕਿਸੇ ਦੀ ਜ਼ਿੰਦਗੀ ਬਚਾਉਂਦਾ ਹੈ, ਤੇ ਝੂਠ ਮਾੜਾ ਨਹੀਂ, ਪਰ ਉਹ ਸੱਚ ਵੀ ਮਾੜਾ ਉਸ ਟਾਈਮ ਜਦੋਂ ਕਿਸੇ ਦੀ ਜ਼ਿੰਦਗੀ ਲੈ ਲਵੇ। ਹੁਣ ਦੂਜੇ ਪਾਸੇ ਸੱਚ ਕੌਣ ਬੋਲ ਰਿਹਾ? ਨਿੱਕੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਉਣ ਵਾਲਾ ਗੰਗੂ ਬੋਲ ਸੱਚ ਰਿਹਾ, ਪਰ ਉਹਦਾ ਸੱਚ ਵੀ ਝੂਠ ਵਰਗਾ ਹੈ, ਕਿਉਂਕਿ ਕਿਸੇ ਦੀ ਜਾਨ ਲੈ ਰਿਹਾ ਹੈ। ਇਹ ਫਰਕ ਸਾਨੂੰ ਸਮਝਣਾ ਪਵੇਗਾ। ਇੱਕ ਤਾਂ ਹੁੰਦਾ ਹੈ ਵੀ ਮਜਬੂਰੀ ਵਸ ਝੂਠ ਬੋਲਣਾ, ਇੱਕ ਹੁੰਦਾ ਜ਼ੁਬਾਨ ਦੀ ਰਸ ਵਾਸਤੇ ਝੂਠ ਬੋਲਣਾ। ਤਾਂ ਮਹਾਰਾਜ ਸੁਚੇਤ ਕਰਦੇ ਨੇ ਕਿ ਜਿਹਦੀ ਜ਼ੁਬਾਨ 'ਤੇ ਸੱਚ ਨਾਮ ਵਸਿਆ ਨਾ, ਝੂਠ ਉਹਦੀ ਜ਼ੁਬਾਨ ਦੇ ਕੋਲੋਂ ਦੀ ਵੀ ਨਹੀਂ ਲੰਘਦਾ, ਭਾਵ ਛੂੰਹਦਾ ਨਹੀਂ ਹੈ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਮਨ ਵਿੱਚ ਵੀ ਪ੍ਰੀਤ ਹੈ, ਨਾਮ ਵਸਿਆ ਮਨ ਵਿੱਚ ਵੀ। ਇਸ ਕਰਕੇ ਨਿਰਜਮਾ ਅੰਜਨ, ਅੰਜਨ ਕਹਿੰਦੇ ਨੇ ਸੁਰਮੇ ਨੂੰ। ਸੁਰਮਾ ਹੁੰਦਾ ਕਾਲਾ, ਤੇ ਕਾਲਖ ਹੁੰਦੀ ਏ ਮਾਇਆ, ਤੇ ਮਾਇਆ ਤੋਂ ਰਹਿਤ ਜਿਹੜੀ ਚੀਜ਼ ਉਹਨੂੰ ਕਿਹਾ ਜਾਂਦਾ ਹੈ ਨਿਰੰਜਨ, ਨਿਰਜਮਾ ਅੰਜਨ, ਜਿਹੜੀ ਕਾਲਖ ਤੋਂ ਰਹਿਤ ਹੈ। ਮਨ ਵਿੱਚ ਪ੍ਰੀਤ ਹੈ ਤੇ ਅੰਦਰ ਦਰਸ਼ਨਾਂ ਦੀ ਤਾਂਘ ਹੈ ਉਸ ਅਕਾਲ ਪੁਰਖ ਪਰਮਾਤਮਾ ਦੇ ਪ੍ਰਤੀ। ਪਰ ਤ੍ਰੈ ਰੂਪ ਨਾ ਪੇਖੈ ਨੇਤਰ, ਅੱਖਾਂ ਵਿੱਚ ਵੀ ਨਾਮ ਵਸ ਗਿਆ। ਅੱਖਾਂ ਪਰਾਇਆ ਰੂਪ, ਪਰਾਇਆ ਤਨ ਨਹੀਂ ਤੱਕਦੀਆਂ। ਅੱਖਾਂ ਵਿੱਚ ਵੀ ਨਾਮ ਟਿਕਿਆ ਹੋਇਆ ਹੈ। ਇਸ ਕਰਕੇ ਮਹਾਰਾਜ ਆਖਦੇ ਨੇ ਕਿ ਨਾਮ ਜ਼ੁਬਾਨ 'ਤੇ ਆਇਆ, ਉਹੀ ਨਾਮ ਫਿਰ ਮਨ ਵਿੱਚ ਵੀ ਵਸਿਆ, ਉਹੀ ਨਾਮ ਹਿਰਦੇ ਵਿੱਚ ਵਸ ਗਿਆ, ਤੇ ਉਹੀ ਨਾਮ ਅੱਖਾਂ ਵਿੱਚ ਵਸ ਗਿਆ। ਹੁਣ ਪਹਿਲਾਂ ਜਿਹੜਾ ਤਨ ਵੇਖਦਾ ਸੀ ਸੰਸਾਰ ਦਾ, ਹੁਣ ਉਹੀ ਅੱਖਾਂ ਜਿਹੜੀਆਂ ਨੇ ਕੀ ਵੇਖਦੀਆਂ ਨੇ? ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਉਹ ਹਰੀ ਦਾ ਰੂਪ ਵੇਖਦੀਆਂ ਨੇ। ਉਹ ਸੰਸਾਰ ਵਿੱਚੋਂ ਨਿਰੰਕਾਰ ਨੂੰ ਵੇਖਦੀਆਂ ਨੇ ਅੱਖਾਂ। ਸਾਧ ਕੀ ਟਹਿਲ ਸੰਤ ਸੰਗ ਹੇਤ, ਐਸਾ ਪੁਰਖ ਜਿਹਦੀਆਂ ਅੱਖਾਂ ਵਿੱਚ ਵੀ ਨਾਮ, ਮਨ ਵਿੱਚ ਵੀ ਨਾਮ, ਹਿਰਦੇ ਵਿੱਚ ਵੀ ਨਾਮ ਹੈ, ਜਿਹਦੀ ਰਸਨਾ 'ਤੇ ਵੀ ਨਾਮ ਹੈ। ਫਿਰ ਭਲੇ ਪੁਰਸ਼ਾਂ ਦੀ ਟਹਿਲ ਦਾ ਅਰਥ ਹੈ ਸੇਵਾ। ਉਹ ਸੇਵਾ ਕਰਦਾ ਭਲੇ ਪੁਰਸ਼ਾਂ ਦੀ, ਤੇ ਉਹਦਾ ਸਤ ਸੰਗਤ ਨਾਲ ਬੜਾ ਪਿਆਰ ਹੁੰਦਾ ਹੈ। ਸਤ ਸੰਗਤ ਨਾਲ ਸਾਂਝ ਹੁੰਦੀ ਹੈ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਦਾ। ਜਿਹੜੀਆਂ ਆਪਾਂ 4-4 ਘੰਟੇ ਸੁਣ ਲੈਂਦੇ ਹਾਂ, 4-4 5-5 ਘੰਟੇ ਆਪਾਂ ਨਿੰਦਿਆ ਸੁਣਦੇ ਰਹਿੰਦੇ ਹਾਂ, ਮਾਫ ਕਰਨਾ। ਪਰ ਜਿਹਦੇ ਹਿਰਦੇ ਵਿੱਚ ਨਾਮ ਵਸਿਆ ਹੋਇਆ ਉਹ ਨਿੰਦਿਆ ਨਹੀਂ ਸੁਣਦਾ, ਉਹ ਕੇਵਲ ਰੱਬ ਦੀ ਉਸਤਤ ਹੀ ਸੁਣਦਾ ਹੈ। ਸਾਨੂੰ ਆਦਤ ਹੋ ਜਾਂਦੀ ਹੈ ਝੂਠ ਬੋਲਣ ਦੀ, ਨਿੰਦਿਆ ਕਰਨ ਦੀ, ਨਿੰਦਿਆ ਸੁਣਨ ਦੀ, ਚੁਗਲੀ ਕਰਨ ਦੀ। ਇਹ ਸਾਰੀ ਆਦਤ ਪੈ ਜਾਂਦੀ ਹੈ। ਹੌਲੀ ਹੌਲੀ ਫਿਰ ਬੰਦਾ ਆਦੀ ਹੋ ਜਾਂਦਾ। ਫਿਰ ਬੰਦਾ ਨਾ ਸੁਣੇ ਤੇ ਐਂ ਲੱਗਦਾ ਵੀ ਪਤਾ ਨਹੀਂ ਅੱਜ ਕੀ ਹੈ, ਸੁਣਿਆ ਹੀ ਨਹੀਂ ਸ਼ਾਇਦ ਕੁਛ। ਤਾਂ ਨਿੰਦਿਆ ਕਰਨ ਦੀ ਵੀ ਇੱਕ ਆਦਤ ਬੰਦਾ ਅਡਿਕਟ ਹੋ ਜਾਂਦਾ। ਜਿਵੇਂ ਕਿਸੇ ਨਸ਼ੇ ਦਾ ਅਡਿਕਟ ਹੋ ਜਾਂਦਾ ਨਾ ਬੰਦਾ, ਨਸ਼ਾ ਲੱਗ ਗਿਆ ਤੇ ਨਸ਼ਾ ਨਾ ਮਿਲੇ ਤੇ ਮਰ ਜਾਂਦਾ ਨਾ, ਇਸੇ ਤਰ੍ਹਾਂ ਨਿੰਦਕ ਨਿੰਦਿਆ ਨਾ ਕਰੇ ਉਹ ਵੀ ਮਰ ਜਾਂਦਾ ਜੀ। ਅੱਛਾ, ਨਿੰਦਕ ਵੱਲ ਵੇਖੋ, ਉਹਨੇ ਜਦੋਂ ਨਿੰਦਿਆ ਕਰਨੀ ਹੈ ਨਾ, ਸੱਚ ਗੱਲ ਕਹਿਣੀ ਨਿੰਦਿਆ ਨਹੀਂ ਜੀ ਹੁੰਦੀ।
ਨਿੰਦਿਆ ਦੇ ਵਿੱਚ ਫਰਕ ਕੀ ਹੈ? ਸੱਚ ਤੇ ਨਿੰਦਿਆ ਵਿੱਚ ਫਰਕ ਕੀ ਹੈ? ਫੁੱਲ ਨੂੰ ਫੁੱਲ ਕਹਿਣਾ ਨਿੰਦਿਆ ਨਹੀਂ, ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ, ਝੂਠ ਨੂੰ ਝੂਠ ਕਹਿਣਾ ਨਿੰਦਿਆ ਨਹੀਂ, ਸੱਚ ਨੂੰ ਸੱਚ ਕਹਿਣਾ ਨਿੰਦਿਆ ਨਹੀਂ। ਅੱਛਾ, ਕੰਡੇ ਨੂੰ ਫੁੱਲ ਸਾਬਤ ਕਰ ਦੇਣਾ ਨਿੰਦਿਆ, ਫੁੱਲ ਨੂੰ ਕੰਡਾ ਸਾਬਤ ਕਰ ਦੇਣਾ ਇਹ ਨਿੰਦਿਆ। ਕਿ ਆਪਣੇ ਵੱਲੋਂ ਵਧਾਈ ਹੋਈ ਗੱਲ ਆਪਾਂ ਕਹਿੰਦੇ ਆ ਨਾ ਫਲਾਣੇ ਨੇ ਆਹ ਗੱਲ ਆਖੀ, ਜੇ ਉਹ ਗੱਲ 10-15 ਬੰਦਿਆਂ ਵਿੱਚ ਹੋਵੇ ਤਾਂ ਉਹ ਗੱਲ ਬੜੀ ਹੋਰ ਮਸਾਲੇ ਲੱਗ ਲੱਗ ਕੇ ਅੱਗੇ ਹੋਰ ਹੀ ਰੂਪ ਧਾਰਨ ਕਰ ਲੈਂਦੀ ਹੈ। ਬੰਦੇ ਦੇ ਜੀਵਨ ਦੇ ਵਿੱਚ ਕਲੇਸ਼ ਹੀ ਕਲੇਸ਼ ਭਰ ਜਾਂਦਾ ਹੈ। ਨਿੰਦਕ ਦੀ ਪਹਿਚਾਣ ਕਿਵੇਂ ਹੈ, ਇਹ ਵੀ ਅੱਜ ਇੱਕ ਨੁਕਤਾ ਸਮਝ ਲਓ ਤੇ ਸਾਡੇ ਸਾਰਿਆਂ ਨਾਲ ਹੁੰਦਾ ਹੋਵੇਗਾ। ਤੇ ਮਾਫ ਕਰਨਾ, ਕਈ ਵਾਰੀ ਅਸੀਂ ਵੀ ਇਹ ਗੱਲ ਕਰ ਦਿੰਦੇ ਹੋਵਾਂਗੇ। ਜਦੋਂ ਕੋਈ ਮਨੁੱਖ ਨਿੰਦਿਆ ਕਰਦਾ ਹੈ ਉਦੋਂ ਇੱਕ ਗੱਲ ਜ਼ਰੂਰ ਨਾਲ ਕਹਿੰਦਾ ਹੈ, ਮੈਂ ਤੈਨੂੰ ਫਲਾਣੇ ਦੀ ਗੱਲ ਦੱਸਣ ਲੱਗਾ, ਉਹਨੂੰ ਤੂੰ ਨਾ ਦੱਸੀ। ਕਿਉਂ? ਕਿਉਂਕਿ ਜੇ ਤੂੰ ਦੱਸ ਦਿੱਤਾ ਤੈਨੂੰ ਪਤਾ ਲੱਗ ਜਾਣਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ ਨੇ ਵੀ ਜਿਹੜਾ ਨਾਮ ਜਪਣ ਵਾਲਾ, ਜਿਹਦੇ ਹਿਰਦੇ ਵਿੱਚ ਨਾਮ ਵਸਿਆ, ਰਸਨਾ ਤੇ ਨਾਮ ਹੈ, ਉਹ ਨਿੰਦਿਆ ਕਿਸੇ ਦੀ ਨਹੀਂ ਕਰਦਾ ਤੇ ਨਾ ਕਿਸੇ ਦੀ ਨਿੰਦਿਆ ਸੁਣਦਾ ਹੈ। ਅੱਛਾ, ਇੱਕ ਬੜਾ ਨੁਕਤਾ ਹੋਰ ਸਮਝਣ ਵਾਲਾ ਬਾਣੀ ਦੇ ਵਿੱਚੋਂ ਕਬੀਰ ਸਾਹਿਬ ਆਖਦੇ ਨੇ, ਜੇ ਕੋਈ ਤੁਹਾਡੀ ਨਿੰਦਿਆ ਕਰੇ ਤੇ ਉਹਨੂੰ ਮਾੜਾ ਨਾ ਆਖਿਓ। ਜੇ ਕੋਈ ਤੁਹਾਡੀ ਨਿੰਦਿਆ ਕਰੇ ਨਾ, ਅਸੀਂ ਕੀ ਹੁੰਦਾ, ਜੇ ਕੋਈ ਸਾਡੀ ਗੱਲ ਕੋਈ ਕਰਦਾ ਹੋਵੇ ਨਾ ਤੇ ਅਸੀਂ ਸੁਣ ਕੇ ਬੜੇ ਗੁੱਸੇ ਵਿੱਚ ਆ ਜਾਂਦੇ ਹਾਂ ਵੀ ਉਹਦੀ ਮਜ਼ਾਲ ਕਿਵੇਂ ਹੋ ਗਈ, ਸਾਡੇ ਬਾਰੇ ਉਹਨੇ ਗੱਲ ਕਰ ਦਿੱਤੀ। ਕਦੀ ਗੁੱਸਾ ਨਾ ਮਨਾਇਆ ਕਰੋ। ਜੇ ਕੋਈ ਸਾਡੇ ਬਾਰੇ ਕੋਈ ਨਿੰਦਿਆ ਕਰਦਾ ਕਿਸੇ ਅੱਗੇ ਤੇ ਬਿਲਕੁਲ ਗੁੱਸਾ ਨਹੀਂ ਮਨਾਉਣਾ, ਬਲਕਿ ਜੇ ਕਿਤੇ ਮਿਲੇ ਤਾਂ ਉਹਦਾ ਧੰਨਵਾਦ ਕਰੋ। ਭਗਤ ਕਬੀਰ ਸਾਹਿਬ ਦਾ ਨਾ ਪੁੱਤਰ ਕਮਾਲ, ਹੁਣ ਪਿਤਾ ਬੜਾ ਚੰਗਾ ਸੀ ਤੇ ਅੱਗੋਂ ਪੁੱਤਰ ਵੀ ਬੜਾ ਨੇਕ ਸੀ। ਇਲਾਕੇ ਦੇ ਵਿੱਚ ਕਬੀਰ ਸਾਹਿਬ ਦਾ ਬੜਾ ਪ੍ਰਭਾਵ ਸੀ, ਲੋਕ ਕਬੀਰ ਸਾਹਿਬ ਨੂੰ ਬੜਾ ਮੰਨਦੇ ਸਨ। ਪਰ ਜਿਹੜੇ ਉਸ ਸਮੇਂ ਪਖੰਡ ਕਰਦੇ ਕਰਮਕਾਂਡੀ ਲੋਕ ਸਨ ਨਾ, ਉਹਨਾਂ ਨੂੰ ਕਬੀਰ ਸਾਹਿਬ ਬੜੇ ਮਾੜੇ ਲੱਗਦੇ ਸਨ, ਕਿਉਂਕਿ ਕਬੀਰ ਸਾਹਿਬ ਹਰ ਇੱਕ ਗੱਲ ਦੇ ਉੱਤੇ ਤਰਕ ਕਰ ਦਿੰਦੇ ਸਨ। ਤੇ ਉਹਨਾਂ ਨੂੰ ਲੱਗਦਾ ਸੀ ਵੀ ਲੈ ਇਹ ਤੇ ਹਰ ਚੀਜ਼ ਤੇ ਹੀ ਤਰਕ ਕਰੀ ਜਾਂਦੇ ਕਬੀਰ ਸਾਹਿਬ, ਤੇ ਇਹ ਆਪਣੇ ਹਿਸਾਬ ਦਾ ਬੰਦਾ ਨਹੀਂ ਹੈਗਾ ਇਹ, ਕਿਉਂਕਿ ਜਿਹੜਾ ਸਾਡੀ ਮਰਜ਼ੀ ਮੁਤਾਬਕ ਚੱਲੇ ਉਹ ਸਾਡਾ ਹਿਸਾਬ ਦਾ ਬੰਦਾ ਹੁੰਦਾ ਹੈ, ਤੇ ਜਿਹੜਾ ਸਾਡੀ ਮਰਜ਼ੀ ਨਾਲ ਨਾ ਚੱਲੇ ਫਿਰ ਸਾਡੇ ਮਤਲਬ ਦਾ ਨਹੀਂ ਹੁੰਦਾ। ਹੁਣ ਕਬੀਰ ਸਾਹਿਬ ਬਾਕੀ ਲੋਕ ਤੇ ਬੜਾ ਸਤਿਕਾਰ ਕਰਦੇ ਨੇ, ਪਰ ਜਿਹੜੇ ਉੱਥੇ ਕਈ ਵਿਦਵਾਨ ਬਣੇ ਫਿਰਦੇ ਸਨ ਨਾ, ਉਹਨਾਂ ਨੂੰ ਬੜਾ ਮਾੜਾ ਲੱਗਦਾ ਸੀ ਕਬੀਰ ਸਾਹਿਬ। ਉਹ ਕਹਿੰਦੇ ਵੀ ਕਿਸੇ ਤਰ੍ਹਾਂ ਕਬੀਰ ਸਾਹਿਬ ਇਹ ਸੱਚ ਨਾ ਬੋਲਣ, ਲੋਕਾਂ ਨੂੰ ਜਾਗਰੂਕ ਨਾ ਕਰਨ, ਲੋਕਾਂ ਨੂੰ ਸੱਚ ਨਾ ਦੱਸਣ, ਤੇ ਜਿਹੜਾ ਸਾਡੀ ਦੁਕਾਨ ਚੱਲਣ ਦੀ ਉਹ ਚੱਲਦੀ ਰਵੇ। ਅਸੀਂ ਲੋਕਾਂ ਨੂੰ ਜਿਹੜਾ ਵਹਿਮਾਂ ਭਰਮਾਂ ਵਿੱਚ ਫਸਾਇਆ ਫਸੇ ਰਹਿਣ। ਹੁਣ ਕਬੀਰ ਸਾਹਿਬ ਨੂੰ ਕੋਈ ਲਾਲਚ ਨਹੀਂ ਸੀ। ਤਾਂ ਇੱਕ ਦਿਨ ਨਾ ਇਲਾਕੇ ਦੇ ਵਿੱਚ ਇੱਕ ਕਥਾਵਾਚਕ ਆ ਗਿਆ, ਇੱਕ ਵਿਦਵਾਨ ਆ ਗਿਆ, ਪੰਡਤ, ਤੇ ਉਹ ਵੀ ਕਥਾ ਕਰਨੀ ਉਹਨੇ ਸ਼ੁਰੂ ਕਰ ਦਿੱਤੀ। ਤੇ ਕਥਾ 'ਚ ਪਤਾ ਕੀ ਕਰਨਾ ਉਹਨੇ, ਮੰਨ ਲਓ ਵੀ ਜੇ ਘੰਟਾ ਕਥਾ ਕਰਨੀ ਤੇ 1 ਘੰਟਾ ਕਬੀਰ ਸਾਹਿਬ ਦੀ ਨਿੰਦਿਆ ਹੀ ਕਰੀ ਜਾਣੀ। ਬਸ ਜਿਉਂ ਸ਼ੁਰੂ ਹੋਣਾ ਉਹਨੇ ਕਬੀਰ ਸਾਹਿਬ ਦੇ ਵੀ ਉਹ ਆਹ ਕਰਦੇ ਨੇ, ਉਹ ਇੱਦਾਂ ਕਰਦੇ ਨੇ, ਬਸ ਉਹਨੇ 1 ਘੰਟਾ ਪੂਰਾ ਸਾਰਾ ਇੱਥੇ ਹੀ ਲਾ ਦੇਣਾ ਜ਼ੋਰ। ਤੇ ਕਬੀਰ ਸਾਹਿਬ ਦਾ ਪੁੱਤਰ ਪਤਾ ਲੱਗਿਆ ਵੀ ਇਲਾਕੇ 'ਚ ਆਪਣੇ ਕੋਈ ਵਿਦਵਾਨ ਆਇਆ ਹੈ। ਹੁਣ ਆਪਾਂ ਨੂੰ ਵੀ ਕਈ ਵਾਰੀ ਪਤਾ ਲੱਗਦਾ ਨਾ, ਅਸੀਂ ਵੀ ਕਹਿੰਦੇ ਵੀ ਚਲੋ ਕਥਾਵਾਚਕ ਆਏ ਨੇ, ਨਵਾਂ ਕੋਈ ਕੀਰਤਨੀਆ ਆਇਆ, ਚਲੋ ਸੁਣ ਕੇ ਆਈਏ। ਤੇ ਕਮਾਲ ਨੇ ਵੀ ਆਖਿਆ ਵੀ ਪਿਤਾ ਜੀ ਆਪਣੇ ਇਲਾਕੇ ਵਿੱਚ ਇੱਕ ਵਿਦਵਾਨ ਆਏ ਨੇ। ਕਬੀਰ ਸਾਹਿਬ ਕਹਿਣ ਲੱਗੇ ਵੀ ਅੱਛਾ ਪਿਤਾ ਜੀ, ਮੈਂ ਜਾਵਾਂ ਸੁਣ ਉਹਨਾਂ ਨੂੰ? ਕਹਿੰਦੇ ਜਾ, ਚੰਗੀ ਗੱਲ ਹੈ, ਬੜੇ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ, ਭਲੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ, ਕੋਈ ਚੰਗੀ ਗੱਲ ਸਿੱਖਣ ਨੂੰ ਮਿਲਦੀ ਹੈ, ਜਾਇਆ ਕਰ। ਉਹ ਗਏ, ਕਮਾਲ ਗਿਆ, ਪਹਿਲੇ ਦਿਨ ਸੁਣੀ ਕਥਾ, ਉਹਨੇ ਨਿੰਦਿਆ ਰੱਜ ਕੇ ਕੀਤੀ ਕਬੀਰ ਦੀ। ਉਹਨੂੰ ਥੋੜ੍ਹਾ ਪਤਾ ਵੀ ਕਬੀਰ ਦਾ ਪੁੱਤਰ ਵੀ ਬੈਠਾ ਆ ਕੇ।
ਰੱਜ ਕੇ ਨਿੰਦਿਆ ਕੀਤੀ। ਹੁਣ ਜਦੋਂ ਨਿੰਦਿਆ ਸੁਣੀ ਕਮਾਲ ਨੇ ਤੇ ਉਹ ਪਿਤਾ ਜੀ ਨੂੰ ਆ ਕੇ ਆਖਿਆ ਵੀ ਪਿਤਾ ਜੀ ਅੱਜ ਤਾਂ ਕਮਾਲ ਹੀ ਹੋ ਗਈ ਏ। ਅੱਗੇ ਤੇ ਆਮ ਰਾਹ 'ਤੇ ਤੁਰਿਆ ਕਈ ਵਾਰੀ ਕਿਸੇ ਤੋਂ ਸੁਣੀਦਾ ਸੀ, ਹੁਣ ਤੇ ਤੁਹਾਡੀ ਕਥਾ ਹੀ ਹੋਣ ਲੱਗ ਗਈ ਏ। ਅੱਛਾ, ਕਬੀਰ ਸਾਹਿਬ ਕਹਿਣ ਲੱਗੇ ਕੰਮ ਕਰੀ ਤੇ ਬੜੀ ਚੰਗੀ ਗੱਲ ਏ, ਤੇ ਤੂੰ ਕੱਲ ਨਾ ਭੋਜਨ ਤਿਆਰ ਕਰਕੇ ਲੈ ਜਾਈਂ। ਭੋਜਨ ਛਕਾਈ ਉਹਨੇ ਵੀ ਕੱਲ ਤੂੰ ਭੋਜਨ ਸਾਡੇ ਵੱਲੋਂ। ਉਹ ਵਿਦਵਾਨ ਨੂੰ ਭੋਜਨ ਛਕਾਉਣਾ ਸ਼ੁਰੂ ਕਰਤਾ। 3-4 ਦਿਨ ਭੋਜਨ ਛਕਾਇਆ। ਫਿਰ ਆਖਿਆ ਆ ਕੇ ਕਹਿਣ ਲੱਗੇ ਪਿਤਾ ਜੀ ਅਜੇ ਵੀ ਨਿੰਦਿਆ ਕਰਦਾ ਹੈ। ਕਹਿਣ ਲੱਗੇ ਹੁਣ ਕੱਪੜੇ ਵੀ ਧੋ ਦਿਆ ਕਰ ਉਹਦੇ, ਕੱਪੜੇ ਵੀ ਧੋਇਆ ਕਰ। ਫਿਰ ਜਦੋਂ ਨਿੰਦਿਆ ਚਾਲੂ ਰਹੀ 2-4 ਦਿਨ ਹੋਰ, ਕਹਿਣ ਲੱਗੇ ਹੁਣ ਸਫਾਈ ਵੀ ਕਰਿਆ ਕਰ ਉਹਦੇ, ਜਿੱਥੇ ਰਹਿੰਦਾ ਹੈ ਨਾ ਝਾੜੂ ਝੂੜੂ ਮਾਰਿਆ ਕਰ ਚੰਗੀ ਤਰ੍ਹਾਂ, ਕੱਪੜੇ ਵੀ ਧੋਇਆ ਕਰ, ਚੰਗੀ ਤਰ੍ਹਾਂ ਸੇਵਾ ਕਰਿਆ ਕਰ। ਗੁਰੂ ਪਿਆਰ ਵਾਲਿਓ ਕਮਾਲ ਸੇਵਾ ਕਰਦਾ ਰਿਹਾ। ਤੇ ਇੱਕ ਦਿਨ ਨਾ ਉਹ ਵਿਦਵਾਨ ਕਥਾਵਾਚਕ ਪੁੱਛ ਬੈਠਾ, ਕਹਿਣ ਲੱਗਾ ਵੀ ਤੂੰ ਬੜਾ ਨੌਜਵਾਨ, ਕਿੰਨੀ ਤੇਰੇ ਅੰਦਰ ਸ਼ਰਧਾ ਭਾਵਨਾ ਏ, ਤੂੰ ਇੰਨੀ ਸੇਵਾ ਕਰਦਾ ਏ, ਮੈਂ ਅੱਜ ਤੱਕ ਤੇਰੇ ਵਰਗਾ ਸੇਵਕ ਨਹੀਂ ਵੇਖਿਆ, ਤੂੰ ਹੈ ਕੌਣ ਏ, ਤੇਰੇ ਪਿਤਾ ਦਾ ਨਾਂ ਕੀ ਏ? ਕਹਿੰਦੇ ਮੇਰੇ ਪਿਤਾ ਦਾ ਨਾਂ ਹੈ ਕਬੀਰ ਸਾਹਿਬ। ਬਸ ਉਹਨੂੰ ਨਹੀਂ ਕੋਈ ਗੱਲ ਆਈ। ਉਹ ਕਹਿੰਦਾ ਮੈਂ ਇੰਨੇ ਦਿਨਾਂ ਤੋਂ ਨਿੰਦਿਆ ਕਰ ਰਿਹਾ ਤੇਰੇ ਬਾਪੂ ਦੀ, ਤੇ ਤੂੰ ਵੀ ਤੇ ਸੇਵਾ ਕਰਦਾ ਪਿਆ। ਲੋਕੀ ਤਾਂ ਸਿਰ ਪਾੜ ਦਿੰਦੇ ਕਿਸੇ ਦੇ ਖਿਲਾਫ, ਕੋਈ ਇੱਕ ਲਫ਼ਜ਼ ਕਹਿ ਦੇ ਭਾਵੇਂ ਉਹ ਵਾਕਿਆ ਸਹੀ ਹੋਵੇ, ਤੇ ਤੂੰ ਹੁਣ ਉਹ ਜਦੋਂ ਘਰੇ ਗਿਆ ਨਾ ਤੇ ਉਹਨੇ ਜਾ ਕੇ ਦੱਸਤਾ ਵੀ ਪਿਤਾ ਜੀ ਕਹਾਣੀ ਅੱਜ ਵਿਗੜ ਗਈ ਜੇ, ਅੱਜ ਪਤਾ ਲੱਗ ਗਿਆ। ਉਹਨੇ ਕਿਹਾ ਚਲ ਕੋਈ ਗੱਲ ਨਹੀਂ, ਪਤਾ ਲੱਗ ਗਿਆ, ਪਰ ਤੂੰ ਆਪਣੀ ਸੇਵਾ ਚਾਲੂ ਰੱਖੀ। ਉਹ ਅਗਲੇ ਦਿਨ ਵੀ ਗਿਆ, ਪਰ ਅੱਜ ਉਹਨੇ ਨਿੰਦਿਆ ਨਹੀਂ ਕੀਤੀ। ਪਤਾ ਲੱਗ ਗਿਆ ਨਾ ਵੀ ਉਹਦਾ ਮੁੰਡਾ, ਉਹਦਾ ਪੁੱਤਰ ਰੋਜ਼ ਸੁਣਨ ਵਾਸਤੇ ਆਉਂਦਾ ਆ, ਅੱਜ ਪਤਾ ਲੱਗ ਗਿਆ ਉਹਨੇ ਕੀਤੀ ਨਹੀਂ ਨਿੰਦਿਆ। ਜਦੋਂ ਨਿੰਦਿਆ ਬੰਦ ਕਰ ਦਿੱਤੀ ਤੇ ਉਹਨੇ ਸ਼ਾਮ ਨੂੰ ਜਾ ਕੇ ਕਮਾਲ ਨੇ ਆਖਿਆ ਪਿਤਾ ਜੀ ਵੀ ਅੱਜ ਤੇ ਕਮਾਲ ਹੋ ਗਈ, ਉਹਨੇ ਤੁਹਾਡੀ ਨਿੰਦਿਆ ਨਹੀਂ ਕੀਤੀ। ਕਬੀਰ ਸਾਹਿਬ ਕਹਿੰਦੇ ਕੱਲ ਤੋਂ ਤੂੰ ਵੀ ਨਹੀਂ ਜਾਣਾ, ਫਿਰ ਕੋਈ ਸੇਵਾ ਨਹੀਂ। ਉਹ ਅਗਲੇ ਦਿਨ ਨਹੀਂ ਗਿਆ ਤੇ ਪੰਡਤ ਜੀ ਬੜੇ ਹੈਰਾਨ ਹੋਏ ਵੀ ਮੈਂ ਹੁਣ ਨਿੰਦਿਆ ਨਹੀਂ ਕਰਦਾ ਤੇ ਕਮਾਲ ਆਉਂਦਾ ਨਹੀਂ। ਜਦੋਂ 2-4 ਦਿਨ ਨਹੀਂ ਆਇਆ ਤੇ ਆਖਿਰ ਕਥਾਵਾਚਕ ਕਬੀਰ ਸਾਹਿਬ ਦੇ ਘਰ ਹੀ ਆ ਗਏ ਤੇ ਆ ਕੇ ਕਹਿਣ ਲੱਗੇ ਵੀ ਮੇਰੇ ਕੋਲ ਬੜੀ ਵੱਡੀ ਭੁੱਲ ਹੋ ਗਈ, ਗਲਤੀ ਹੋਈ, ਮੈਂ ਤੁਹਾਡੀ ਨਿੰਦਿਆ ਕਰਦਾ ਰਿਹਾ, ਪਰ ਤੁਹਾਡਾ ਪੁੱਤਰ ਆਉਂਦਾ ਸੀ, ਮੈਂ ਜਿੱਦਣ ਤੋਂ ਨਿੰਦਿਆ ਨਹੀਂ ਕਰ ਰਿਹਾ ਉਹ ਨਹੀਂ ਆ ਰਿਹਾ। ਤੇ ਕਬੀਰ ਸਾਹਿਬ ਕਹਿਣ ਲੱਗੇ ਵੀ ਭਲਿਆ ਇੱਥੇ ਤਾਂ ਤੂੰ ਸਾਡਾ ਕੰਮ ਕਰ ਰਿਹਾ ਸੀ ਤੇ ਅਸੀਂ ਤੇਰਾ ਕੰਮ ਕਰ ਰਹੇ ਸਾਂ। ਉਹ ਹੈਰਾਨ ਹੋਇਆ, ਕਹਿਣ ਲੱਗਾ ਕਿਹੜਾ ਕੰਮ? ਕਹਿਣ ਲੱਗੇ ਤੂੰ ਬੜਾ ਉੱਤਮ ਕੰਮ ਕਰ ਰਿਹਾ ਸੀ, ਬੜਾ ਚੰਗਾ ਕੰਮ ਕਰ ਰਿਹਾ ਸੀ। ਕਿਹੜਾ ਕੰਮ? ਕਹਿਣ ਲੱਗੇ ਤੂੰ ਸਾਨੂੰ ਉਹ ਕੁਝ ਦੱਸ ਰਿਹਾ ਸੀ ਜੋ ਸਾਨੂੰ ਨਜ਼ਰ ਨਹੀਂ ਸੀ ਆ ਰਿਹਾ, ਸਾਨੂੰ ਪਤਾ ਨਹੀਂ ਸੀ ਲੱਗ ਰਿਹਾ, ਤੂੰ ਉਹ ਦੱਸ ਰਿਹਾ ਸੀ। ਤੂੰ ਤੇ ਸਾਡਾ ਬੜਾ ਵੱਡਾ ਕੰਮ ਕਰ ਰਿਹਾ ਸੀ, ਇਸ ਕਰਕੇ ਅਸੀਂ ਤੁਹਾਡੀ ਸੇਵਾ ਕਰਦੇ ਸਾਂ। ਹੁਣ ਤੂੰ ਹੀ ਸਾਡਾ ਕੰਮ ਕਰਨਾ ਬੰਦ ਕਰਤਾ, ਹੀ ਸੇਵਾ ਕਰਨੀ ਬੰਦ ਕਰਤੀ। ਦੁਨੀਆ ਦੀ ਰੀਤ ਹੈ, ਜੇ ਕੋਈ ਕਿਸੇ ਦਾ ਕੰਮ ਕਰੇ ਤੇ ਬਦਲੇ ਵਿੱਚ ਕੋਈ ਕੰਮ ਕਰਦਾ, ਨਹੀਂ ਤੇ ਨਹੀਂ ਕਰਦਾ। ਉਹ ਕਬੀਰ ਸਾਹਿਬ ਦੇ ਚਰਨੀ ਪੈ ਗਿਆ। ਕਬੀਰ ਸਾਹਿਬ ਆਖਦੇ ਨੇ ਜੇ ਕੋਈ ਤੁਹਾਨੂੰ ਮਾੜਾ ਕਹਿੰਦਾ ਏ ਤੇ ਉਹਨੂੰ ਮਾੜਾ ਨਾ ਬਦਲੇ ਵਿੱਚ ਆਖੋ। ਹਰ ਜਨ ਰਾਮ ਨਾਮ ਗੁਣ ਗਾਵੇ, ਗੁਰੂ ਰਾਮਦਾਸ ਪਾਤਸ਼ਾਹ ਜੀ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਆਪਣੀ ਚੰਗਿਆਈ ਨੂੰ ਕਦੀ ਨਾ ਤਿਆਗੋ। ਅਗਰ ਕੋਈ ਬੁਰਾ ਬੰਦਾ ਤੁਹਾਨੂੰ ਆ ਕੇ ਤੁਹਾਡੀ ਬੁਰਾਈ ਕਰਦਾ, ਜੇ ਉਹ ਬੁਰਾ ਕਰਨ ਵਾਲਾ ਆਪਣਾ ਬੁਰਾ ਪੱਖ ਨਹੀਂ ਛੱਡਦਾ, ਅਸੀਂ ਚੰਗਾ ਪੱਖ ਆਪਣਾ ਕਿਉਂ ਛੱਡ ਦਈਏ ਬੁਰੇ ਮਨੁੱਖ ਕਰਕੇ? ਜੇ ਕੋਈ ਸਾਨੂੰ ਇਹ ਕਹਿ ਦਿੰਦਾ ਹੈ ਵੀ ਤੂੰ ਗੁਰਦੁਆਰੇ ਕਿਉਂ ਜਾਂਦਾ, ਉਹ ਆਪ ਨਹੀਂ ਜਾਂਦਾ ਪਰ ਤੁਹਾਨੂੰ ਕਹਿ ਰਿਹਾ ਵੀ ਤੂੰ ਕਿਉਂ ਜਾਂਦਾ, ਤੇ ਅਸੀਂ ਆਪਣਾ ਚੰਗਾ ਪੱਖ ਨਹੀਂ ਛੱਡਣਾ, ਆਪਣੇ ਗੁਰੂ ਨਾਲੋਂ ਪਿਆਰ ਨਹੀਂ ਛੱਡਣਾ। ਉਹ ਨਹੀਂ ਆਉਂਦਾ ਤੇ ਨਾ ਆਵੇ, ਕੋਈ ਗੱਲ ਨਹੀਂ। ਕੋਈ ਬਾਣੀ ਨਹੀਂ ਪੜ੍ਹਦਾ ਤੇ ਕੋਈ ਗੱਲ ਨਹੀਂ, ਕੋਈ ਸਿਮਰਨ ਨਹੀਂ ਕਰਦਾ ਤੇ ਕੋਈ ਗੱਲ ਨਹੀਂ, ਪਰ ਅਸੀਂ ਜੇ ਕਰਦੇ ਹਾਂ ਅਸੀਂ ਉਹਦੇ ਪਿੱਛੇ ਆਪਣਾ ਨਹੀਂ ਛੱਡਣਾ। ਕਬੀਰ ਸਾਹਿਬ ਨੇ ਆਖਿਆ ਨਿੰਦੋ ਨਿੰਦੋ ਮੌਕੋ ਲੋਕ ਨਿੰਦੋ, ਜਿੰਨਾ ਨਿੰਦਣਾ ਨਿੰਦੀ ਜਾਓ। ਨਿੰਦਾ ਜਨ ਕੋ ਖਰੀ ਪਿਆਰੀ, ਮੈਨੂੰ ਬੜੀ ਚੰਗੀ ਲੱਗਦੀ ਹੈ ਨਿੰਦਾ, ਮੈਨੂੰ ਕੋਈ ਹਰਜ ਨਹੀਂ, ਭਾਵੇਂ ਸਾਰੀ ਦੁਨੀਆ ਨਿੰਦਿਆ ਕਰੀ ਜਾਵੇ ਮੇਰੀ। ਨਿੰਦਾ ਪਾਪ ਨਿੰਦਾ ਮਹਤਾਰੀ,
ਨਿੰਦਕ ਤਾਂ ਇਸ ਤਰ੍ਹਾਂ ਹੈ ਜਿਵੇਂ ਮਾਂ-ਬਾਪ ਆਪਣੇ ਬੱਚੇ ਦੇ ਅੰਦਰੋਂ ਐਬ ਵੇਖ ਕੇ ਨਾ ਉਹਦੀਆਂ ਬੁਰਾਈਆਂ ਨੂੰ ਦੂਰ ਕਰਨ ਦਾ ਯਤਨ ਕਰਦੇ ਨੇ ਨਾ, ਵੀ ਸਾਡੇ ਬੰਦੇ ਅੰਦਰ ਚੰਗੇ ਗੁਣ ਹੋਣ, ਮਾਂ-ਬਾਪ ਚਾਹੁੰਦੇ ਨੇ। ਨਿੰਦਕ ਵੀ ਇਸੇ ਤਰ੍ਹਾਂ ਹੈ, ਤੁਹਾਡੇ ਅੰਦਰ ਦੀਆਂ ਖਾਮੀਆਂ ਦੱਸਦਾ, ਕਮੀਆਂ ਦੱਸਦਾ, ਤੇ ਤੁਸੀਂ ਉਹਨਾਂ ਕਮੀਆਂ ਨੂੰ ਦੂਰ ਕਰਕੇ ਚੰਗਿਆਈ ਲੈ ਕੇ ਆਓ, ਜੀਵਨ ਚੰਗਾ ਬਣਾਓ। ਨਿੰਦਕ ਤਾਂ ਕਬੀਰ ਸਾਹਿਬ ਆਖਦੇ ਨੇ ਜਿਵੇਂ ਕੋਈ ਕੱਪੜੇ ਧੋ ਕੇ ਮੈਲ ਕੱਢ ਦੇਣਾ, ਨਿੰਦਕ ਤੇ ਸਾਡੇ ਕੱਪੜਿਆਂ ਦੀ ਮੈਲ ਕੱਢਦਾ, ਭਾਵ ਸਾਡੇ ਜੀਵਨ ਵਿੱਚੋਂ ਬੁਰਾਈਆਂ ਨੂੰ ਕੱਢ ਦਿੰਦਾ ਹੈ। ਤਾਂ ਨਿੰਦਿਆ ਕਰਨ ਵਾਲਿਆਂ ਤੋਂ ਘਬਰਾਉਣ ਦੀ ਲੋੜ ਨਹੀਂ, ਪਰ ਹਾਂ ਅਸੀਂ ਵੀ ਕਿਤੇ ਨਿੰਦਕ ਨਾ ਬਣ ਜਾਈਏ। ਅਸੀਂ ਨਾਮ ਨੂੰ ਜਪਣਾ, ਨਾਮ ਦੇ ਆਸਰੇ ਰਹਿਣਾ। ਇਸ ਕਰਕੇ ਮਹਾਰਾਜ ਸਪਸ਼ਟ ਸ਼ਬਦਾਂ ਵਿੱਚ ਕਹਿ ਰਹੇ ਨੇ, ਕਰਨ ਨਾ ਸੁਣੇ ਕਾਹੂ ਕੀ ਨਿੰਦਾ। ਕੰਨਾਂ ਨਾਲੋਂ ਕਿਸੇ ਦੀ ਨਿੰਦਿਆ ਸੁਣਦਾ ਨਹੀਂ ਹੈ। ਸਭ ਤੇ ਜਾਣੇ ਆਪਸ ਕੋ ਮੰਦਾ, ਬਲਕਿ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਦਾ ਹੈ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਗੁਰੂ ਦੀ ਕਿਰਪਾ ਰਾਹੀਂ ਮਾਇਆ ਦੇ ਪ੍ਰਭਾਵ ਨੂੰ ਆਪਣੇ ਉੱਤੇ ਨਹੀਂ ਪੈਣ ਦਿੰਦਾ, ਬਲਕਿ ਉਹਨੂੰ ਤਿਆਗ ਦਿੰਦਾ ਹੈ। ਮਨ ਕੀ ਵਾਸ਼ਨਾ ਮਨ ਤੇ ਟਰੈ, ਮਨ ਦੀਆਂ ਵਾਸ਼ਨਾਵਾਂ ਨੂੰ ਮਨ ਵਿੱਚੋਂ ਦੂਰ ਕਰ ਲੈਂਦਾ ਹੈ। ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਇੰਦਰੀ ਜਿੱਤ ਗਿਆਨ ਇੰਦਰੀਆਂ ਨੂੰ ਜਿੱਤ ਲੈਂਦਾ ਨਾਮ ਰਾਹੀਂ। ਤੇ ਜਿਹੜੇ ਪੰਜ ਦੋਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਮਹਾਰਾਜ ਆਖਦੇ ਨੇ ਇਹਨਾਂ ਤੋਂ ਬਚ ਜਾਂਦਾ ਹੈ। ਨਾਨਕ ਕੋਟ ਮਧੇ ਕੋ ਐਸਾ ਅਪਰਸ। ਹੁਣ ਸਾਰੇ ਇਸ ਤਰ੍ਹਾਂ ਦੇ ਨਹੀਂ। ਕੋਟ ਸ਼ਬਦ ਦਾ ਅਰਥ ਹੈ ਕਰੋੜ, ਕਰੋੜਾਂ ਵਿੱਚੋਂ ਕੋਈ ਇੱਕ ਹੈ ਜਿਹੜਾ ਅਪਰਸ਼ ਕਹਾਉਂਦਾ ਹੈ। ਭਾਵ ਆ ਜਿਹੜੇ ਗੁਣ ਆਪਾਂ ਵਿਚਾਰੇ ਨੇ ਨਾ, ਵੀ ਜਿਹੜਾ ਝੂਠ ਨੂੰ ਛੋਹਣ ਨਹੀਂ ਦਿੰਦਾ, ਜਿਹੜਾ ਅੱਖਾਂ ਨਾਲ ਪਰਾਇਆ ਤਨ ਨਹੀਂ ਤੱਕਦਾ, ਜਿਹੜਾ ਮਨੁੱਖ ਨਿੰਦਿਆ ਨਹੀਂ ਸੁਣਦਾ, ਨਿੰਦਿਆ ਨਹੀਂ ਕਰਦਾ, ਇਹ ਸਾਰੇ ਗੁਣ ਐਸੇ ਮਨੁੱਖ ਵਿੱਚ ਨੇ ਜਿਹੜਾ ਨਾਮ ਨਾਲ ਜੁੜਿਆ ਹੋਇਆ ਹੈ। ਤੇ ਕਰੋੜਾਂ ਵਿੱਚੋਂ ਕੋਈ ਇੱਕ ਹੈ ਜਿਹੜਾ ਜੁੜਿਆ ਹੋਇਆ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਵੈਸ਼ਨੋ ਸੋ ਜਿਸ ਉਪਰ ਸੁਪਰਸੰਨ। ਵੈਸ਼ਨੋ, ਵੈਸ਼ਨੋ ਅਸੀਂ ਉਹਨੂੰ ਕਹਿੰਦੇ ਹਾਂ, ਵੈਸ਼ਨੋ ਸ਼ਬਦ ਤੋਂ ਵੈਸ਼ਨੋ ਸ਼ਬਦ ਬਣਿਆ ਇੱਥੇ। ਵੈਸ਼ਨੋ ਆਪਾਂ ਉਹਨੂੰ ਕਹਿੰਦੇ ਹਾਂ ਵੈਸ਼ਨਵ ਜੀ, ਇਹ ਫਲਾਣਾ ਮਨੁੱਖ ਆ ਨਹੀਂ ਖਾਂਦਾ, ਆ ਨਹੀਂ ਪਾਉਂਦਾ, ਅਸੀਂ ਉਹਨੂੰ ਵੈਸ਼ਨੋ ਕਹਿੰਦੇ ਹਾਂ। ਸ਼ਬਦ ਵਰਤਦੇ ਨੇ ਨਾ, ਵੀ ਆਹ ਬੰਦਾ ਤੇ ਆਹ ਚੀਜ਼ ਨਹੀਂ ਖਾਂਦਾ, ਇਸ ਕਰਕੇ ਵੈਸ਼ਨੋ ਹੈ। ਅਸੀਂ ਤਾਂ ਵੈਸ਼ਨੋ ਆ ਜੀ, ਅਸੀਂ ਖਾਂਦੇ ਪੀਂਦੇ ਨਹੀਂ। ਪਰ ਮਹਾਰਾਜ ਦੀਆਂ ਨਜ਼ਰਾਂ ਵਿੱਚ ਵੈਸ਼ਨੋ ਕੌਣ ਹੈ? ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਵੈਸ਼ਨੋ ਸੋ ਜਿਸ ਉੱਪਰ ਸੁਪਰਸੰਨ। ਵੈਸ਼ਨੋ ਉਹ ਹੈ ਜਿਹਦੇ ਉੱਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ। ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਜਿਹੜਾ ਆਪਣੇ ਆਪ ਨੂੰ ਮਾਇਆ ਤੋਂ ਨਿਰਲੇਪ ਕਰ ਲੈਂਦਾ, ਵੱਖ ਕਰ ਲੈਂਦਾ ਹੈ। ਭਾਵ ਜਿਹਦੇ ਅੰਦਰ ਨਿਰੋਲ ਨਾਮ ਟਿਕਿਆ ਰਹਿੰਦਾ ਹੈ, ਮਾਇਆ ਆਪਣਾ ਪ੍ਰਭਾਵ ਉਹਦੇ ਅੰਦਰ ਨਹੀਂ ਪਾ ਸਕਦੀ। ਐਸਾ ਮਨੁੱਖ ਜਿਹੜਾ ਹੈ ਵੈਸ਼ਨੋ ਹੈ। ਕਰਮ ਕਰਤ ਹੋਵੈ ਨੇ ਕਰਮ। ਹੁਣ ਜਿਹੜਾ ਵੈਸ਼ਨੋ ਹੈ, ਮਹਾਰਾਜ ਆਖਦੇ ਨੇ ਉਹ ਕਰਮ ਕਰਦਾ ਧਰਮ ਦੇ, ਪਰ ਧਰਮ ਦੇ ਕਰਮ ਕਰਦਾ ਹੋਇਆ ਅੰਦਰੋਂ ਨਿਹਕਰਮ ਰਹਿੰਦਾ ਹੈ, ਕੋਈ ਕਾਮਨਾ ਨਹੀਂ। ਹੁਣ ਇੱਥੇ ਤਾਂ ਹਰ ਚੀਜ਼ ਦੇ ਪਿੱਛੇ ਕਾਮਨਾ ਖੜੀ ਹੈ। ਇੱਥੇ ਪਾਠ ਕਰਾਓ ਤਾਂ ਕੋਈ ਕਾਮਨਾ ਹੈ, ਕਿਉਂਕਿ ਕਾਮਨਾ ਵਾਸਤੇ ਹੀ ਪਾਠ ਕਰ ਰਹੇ ਆ। ਇੱਥੇ ਹਰ ਚੀਜ਼ ਪਿੱਛੇ ਕਾਮਨਾ ਹੈ। ਮਹਾਰਾਜ ਆਖਦੇ ਨੇ ਵੈਸ਼ਨੋ ਉਹ ਹੈ ਜਿਹੜਾ ਧਰਮ ਦੇ ਕਰਮ ਕਰ ਰਿਹਾ, ਪਰ ਪਿੱਛੇ ਕੋਈ ਕਾਮਨਾ ਨਹੀਂ। ਉਹਦਾ ਪਾਠ ਕਰਨਾ, ਸੇਵਾ ਕਰਨਾ, ਸਿਮਰਨ ਕਰਨਾ, ਇਹ ਸਾਰੇ ਕਰਮ ਨਿਹਕਰਮ ਹੁੰਦੇ ਨੇ, ਉਹਦੇ ਪਿੱਛੇ ਕੋਈ ਵੀ ਕਾਮਨਾ ਨਹੀਂ। ਤਿਸ ਵੈਸ਼ਨੋ ਕਾ ਨਿਰਮਲ ਧਰਮ। ਇਹੋ ਜਿਹੇ ਵੈਸ਼ਨੋ ਦਾ ਧਰਮ ਵੀ ਨਿਰਮਲ ਹੁੰਦਾ ਹੈ, ਪਵਿੱਤਰ ਹੁੰਦਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਭਾਈ ਉਹਦੇ ਅੰਦਰ ਕੋਈ ਵੀ ਫਲ ਦੀ ਇੱਛਾ ਨਹੀਂ ਹੁੰਦੀ, ਬਲਕਿ ਜਦੋਂ ਧਰਮ ਦੇ ਕਰਮ ਕਰਦਾ ਹੈ ਤੇ ਉਹ ਇੱਕੋ ਹੀ ਮਨ ਵਿੱਚ ਖਿਆਲ ਰੱਖਦਾ ਹੈ, ਇਹ ਮਾਲਕ ਇਹ ਜੋ ਕਰਮ ਮੈਂ ਲੱਗਾ ਕਰਨ, ਤੇਰੀ ਰਹਿਮਤ ਨਾਲ ਇਹ ਕਰਮ ਕਰਦਿਆਂ ਹੋਇਆਂ ਮੈਨੂੰ ਹੰਕਾਰ ਨਾ ਆਵੇ, ਤੇ ਇਹਦੇ ਬਦਲੇ ਵਿੱਚ ਮੈਨੂੰ ਕੁਝ ਚਾਹੀਦਾ ਨਹੀਂ, ਕਿਉਂਕਿ ਜੋ ਕੁਝ ਤੂੰ ਦਿੱਤਾ ਇਹ ਬਹੁਤ ਕੁਛ ਹੈ। ਇਹਦੇ ਬਦਲੇ ਕੁਛ ਚਾਹੀਦਾ ਨਹੀਂ, ਜੋ ਦਿੱਤਾ ਹੈ ਉਹ ਬਹੁਤ ਕੁਛ ਹੈ। ਇਹ ਵੈਸ਼ਨੋ ਦੀ ਅਵਸਥਾ ਬਣ ਜਾਂਦੀ ਹੈ। ਕੇਵਲ ਭਗਤ ਕੀਰਤਨ ਸੰਗ ਰਚੈ। ਕੇਵਲ ਭਗਤ ਕੀਰਤਨ ਸੰਗ ਰਚੈ।
ਉਹ ਪਰਮਾਤਮਾ ਦੀ ਭਗਤੀ ਦੇ ਵਿੱਚ ਹੀ ਲੀਨ ਹੋਇਆ ਰਹਿੰਦਾ ਹੈ। ਮਨ ਤਨ ਅੰਤਰ ਸਿਮਰਨ ਗੋਪਾਲ, ਮਨ ਅਤੇ ਤਨ ਇਹ ਧਰਤੀ ਦੀ ਪਾਲਣਾ ਕਰਨ ਵਾਲੇ ਪਰਮਾਤਮਾ ਨਾਲ ਜੁੜ ਜਾਂਦੇ ਨੇ। ਸਭ ਉਪਰ ਹੋਵਤ ਕਿਰਪਾਲ, ਮਾਲਕ ਜਿਨ੍ਹਾਂ ਉੱਤੇ ਇਹੋ ਜੀ ਮਿਹਰ ਕਰ ਦਿੰਦੇ ਨਾ, ਜਿਨ੍ਹਾਂ ਦਾ ਮਨ ਅਤੇ ਤਨ ਅੰਦਰੋਂ ਪ੍ਰਭੂ ਨਾਲ ਜੁੜ ਜਾਂਦਾ ਏ, ਤਾਂ ਭਾਈ ਉਹਨਾਂ ਨੂੰ ਸੋਝੀ ਹੋ ਜਾਂਦੀ ਵੀ ਮਾਲਕ ਸਾਰਿਆਂ ਤੇ ਬਖਸ਼ਿਸ਼ ਕਰਨ ਵਾਲਾ ਹੈ। ਆਪ ਦ੍ਰਿੜੈ ਅਵਰੇ ਨਾਮ ਜਪਾਵੇ, ਵੈਸ਼ਨੋ ਉਹ ਹੈ ਜਿਹੜਾ ਆਪ ਨਾਮ ਜਪਦਾ ਤੇ ਦੂਜਿਆਂ ਨੂੰ ਜਪਾਉਂਦਾ ਹੈ, ਨਾ ਕਿ ਉਹ ਜਿਹੜਾ ਕਹਿੰਦੇ ਮੈਂ ਆਹ ਨਹੀਂ ਖਾਂਦਾ ਤੇ ਮੈਂ ਆਹ ਨਹੀਂ ਪਾਉਂਦਾ, ਉਹ ਇਹਨਾਂ ਚੀਜ਼ਾਂ 'ਚ ਫਸਿਆ ਹੋਇਆ ਹੈ। ਬਲਕਿ ਵੈਸ਼ਨੋ ਉਹ ਹੈ ਜਿਹੜਾ ਆਪ ਵੀ ਨਾਮ ਜਪ ਰਿਹਾ ਹੈ ਤੇ ਦੂਜਿਆਂ ਨੂੰ ਨਾਮ ਜਪਾ ਰਿਹਾ। ਨਾਨਕ ਉਹ ਵੈਸ਼ਨੋ ਪਰਮ ਗਤ ਪਾਵੇ, ਹੇ ਨਾਨਕ ਇਹੋ ਜਿਹਾ ਹੀ ਵੈਸ਼ਨੋ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ। ਸੋ ਗੁਰੂ ਪਿਆਰ ਵਾਲਿਓ, ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਉਸ ਜਗਿਆਸੂ ਦੀ ਜੀਵਨ ਦੀ ਜਿਹੜੀ ਹੈ ਸਾਨੂੰ ਸਾਰਿਆਂ ਨੂੰ ਇੱਕ ਝਲਕ ਵਿਖਾਈ ਹੈ, ਜਿਹੜਾ ਨਾਮ ਹਿਰਦੇ ਵਿੱਚ ਵਸਾ ਕੇ ਤੇ ਇੰਨੀ ਉੱਚੀ ਆਤਮਿਕ ਅਵਸਥਾ ਵਿੱਚ ਜਿਉਣ ਲੱਗ ਪੈਂਦਾ ਹੈ। ਸੋ ਇੱਕ ਇੱਕ ਪੌੜੀ, ਇੱਕ ਇੱਕ ਸਟੈਪ ਹੈ। ਜਿਵੇਂ ਆਪਾਂ ਇੱਕ ਇੱਕ ਪੌੜੀ ਚੜ੍ਹਦੇ ਜਾਵਾਂਗੇ ਤੇ ਸਾਨੂੰ ਗੁਰਬਾਣੀ ਜਿਹੜੀ ਹੈ ਉਹ ਸੋਝੀ ਬਖਸ਼ਦੀ ਜਾਵੇਗੀ। ਜਿਵੇਂ ਜਿਵੇਂ ਅੱਗੇ ਸੁਖਮਨੀ ਸਾਹਿਬ ਦੀ ਵਿਚਾਰ ਹੁੰਦੀ ਜਾਵੇਗੀ, ਪਤਾ ਲੱਗਦਾ ਜਾਵੇਗਾ ਵੀ ਇੱਕ ਇੱਕ ਪੌੜੀ ਅੱਗੇ, ਇੱਕ ਇੱਕ ਅਸ਼ਟਪਦੀ ਜਿਹੜੀ ਹੈ ਉਹ ਕਿਵੇਂ ਹੋਰ ਮਨੁੱਖ ਨੂੰ ਮਹਾਨ ਬਣਾਉਂਦੀ ਜਾਂਦੀ ਹੈ। ਸੋ ਆਪਾਂ ਕੋਸ਼ਿਸ਼ ਕਰੀਏ ਵੀ ਜਿੰਨੀ ਵਿਚਾਰ ਕਰਦੇ ਹਾਂ ਥੋੜ੍ਹਾ ਥੋੜ੍ਹਾ ਨਾਲ ਸਿੱਖਦੇ ਵੀ ਜਾਈਏ ਤੇ ਉਸ 'ਤੇ ਅਮਲ ਵੀ ਕਰਦੇ ਜਾਈਏ, ਤਾਂ ਹੀ ਸਾਡਾ ਇਹ ਵਿਚਾਰਿਆ ਗੁਰੂ ਚਰਨਾਂ ਵਿੱਚ ਆਇਆ ਹੋਇਆ ਸਫਲਾ ਹੋਵੇਗਾ। ਮਹਾਰਾਜ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ